So once again, hello everyone. ਜਿਹੜਾ ਅਸੀਂ ਲਾਈਕੋਪੋਡੀਅਮ ਦਾ ਹੁਣ ਇਹ ਕੇਸ ਕੀਤਾ ਉਹਦੇ 'ਚ ਇੱਕ ਦੋ ਰੂਬਰਿਕਸ ਹੋਰ ਮੈਂ ਦੱਸਣੇ ਚਾਹੁੰਦੀ ਸੀ। ਜਿਹੜੀ ਉਹਨਾਂ ਦੀ ਫਰਸਟ ਸਟੇਜ ਸੀ, ਗੱਲ ਗੱਲ 'ਤੇ ਰੋਈ ਜਾ ਰਹੇ ਸੀਗੇ, ਹਰ ਗੱਲ 'ਤੇ ਗੱਲ ਮੂੰਹ 'ਚੋਂ ਬਾਹਰ ਕੱਢਣੀ, ਪਹਿਲੋਂ ਉਹਨਾਂ ਨੇ ਰੋਣਾ। ਇਹ ਉਹਨਾਂ ਦੀ ਫਰਸਟ ਸਟੇਜ ਦੀ ਸੀ। ਉਹਦੇ ਵਿੱਚ ਵੀਪਿੰਗ ਈਜ਼ੀਲੀ ਮੈਂ ਲਿਆ, ਜਿਹਦੇ 'ਚ ਲਾਈਕੋਪੋਡੀਅਮ ਸੀਗੀ। ਜਦੋਂ ਮੈਂ ਉਹਨਾਂ ਦੇ ਸੈਕਿੰਡ ਟਾਈਮ ਰੂਬਰਿਕਸ ਲਏ ਤਾਂ ਜਦੋਂ ਉਹ ਠੀਕ ਹੋ ਗਏ, ਠੀਕ ਹੋਣ ਤੋਂ ਬਾਅਦ ਉਹਨਾਂ ਨੂੰ ਮੈਂ ਦੇਖਿਆ ਉਹ ਕੋਈ ਨਹੀਂ ਰੋਏ, ਮੁੜ ਕੇ ਰੋਣ ਵਾਲੀ ਸਟੇਜ ਟੋਟਲ ਉਹਨਾਂ ਦੀ ਖਤਮ ਹੋ ਗਈ। ਫਿਰ ਮੈਂ ਉਹਦੇ 'ਚੋਂ ਉਹ ਵਾਲਾ ਰੂਬਰਿਕ ਨਿਕਾਲਤਾ, ਜਿਹਦੇ ਕਰਕੇ ਨਕਸ ਵੋਮਿਕਾ ਫਰੰਟ 'ਤੇ ਆ ਗਈ। ਪਹਿਲਾਂ ਲਾਈਕੋਪੋਡੀਅਮ ਦੇ ਵਿੱਚ ਰੋਣਾ, ਵੀਪਿੰਗ ਈਜ਼ੀਲੀ, ਉਹ ਲਿਆ। ਅਤੇ ਦੂਸਰੀ ਜਿਹੜੀ ਸਟੇਜ ਆਈ ਉਹਦੇ ਵਿੱਚ ਉਹ ਨਿਕਲ ਗਿਆ ਰੂਬਰਿਕ, ਤਾਂ ਲਾਈਕੋਪੋਡੀਅਮ ਫਰੰਟ 'ਤੇ ਆ ਗਈ। ਇਸੇ ਤਰ੍ਹਾਂ ਮੈਂ ਬਹੁਤ ਕੇਸਿਸ ਦੇ ਵਿੱਚ ਦੇਖਦੀ ਹਾਂ ਕਿ ਜਿਹੜੀ ਫਰਸਟ ਸਟੇਜ ਹੁੰਦੀ ਹੈ, ਜਿੱਦਾਂ ਮੇਰੇ ਕੋਲ ਇੱਕ ਪੇਸ਼ੈਂਟ ਸੀ, ਬਹੁਤ ਜ਼ਿਆਦਾ ਉਹਦੀ ਬੁਰੀ ਹਾਲਤ, ਬਹੁਤ ਉਹਨੂੰ ਥਾਇਰਾਇਡ ਸੀ, ਉਹਦੇ ਫੈਮਿਲੀ ਇਸ਼ੂ ਸੀ, ਰੋਜ਼ ਘਰ 'ਚ ਲੜਾਈ ਹੁੰਦੀ ਸੀ, ਰੋਜ਼ ਕਲੇਸ਼ ਹੁੰਦਾ ਸੀ। ਉਹਦੇ ਹਸਬੈਂਡ ਐਲੋਪੈਥਿਕ ਡਾਕਟਰ ਸੀ ਅਤੇ ਜਿਹੜੀ ਦੂਸਰੀ ਲੇਡੀ ਹੈ ਉਹ ਹੋਮਿਓਪੈਥਿਕ ਡਾਕਟਰ ਸੀ। ਤਾਂ ਉਹ ਸਭ ਆਪਣੇ ਨੂੰ ਬੜੇ ਸਮੇਂ, ਉਹਦੇ ਜਿਹੜੇ ਫਾਦਰ ਇਨ ਲॉ ਸੀ ਉਹ ਵੀ ਐਲੋਪੈਥਿਕ ਡਾਕਟਰ ਸੀ। ਤਾਂ ਉਹਨਾਂ ਦਾ ਉਹਦੇ ਨਾਲ ਉਹਨਾਂ ਦੀ ਵਾਈਫ ਨੇ ਨਾ ਉਹਨੂੰ ਕਲੀਨਿਕ ਖੋਲ੍ਹ ਕੇ ਦਿੱਤਾ, ਬੜਾ ਲੜਾਈ ਝਗੜਾ ਚੱਲਦਾ ਸੀ। ਜਦੋਂ ਉਹਨੇ ਮੈਨੂੰ ਸਾਰਾ ਕੁਛ ਆਪਣਾ ਦੱਸਿਆ ਤਾਂ ਆਈ ਗੇਵ ਹਰ ਬੈਂਬੂਜ਼ਾ। ਬੈਂਬੂਜ਼ਾ ਦੀ ਇੱਦਾਂ ਦੀ ਹਾਲਤ ਹੁੰਦੀ ਹੈ ਕਿ ਸੀਪੀਆ ਵਾਲੀ ਪੂਅਰ, ਮਿਜ਼ਰੇਬਲ ਐਂਡ ਪਲਸਾਟਿਲਾ ਵਾਲੀ ਲੋਨਲੀਨੈਸ। ਤਾਂ ਮੈਂ ਉਹਨੂੰ ਬੈਂਬੂਜ਼ਾ ਦਿੱਤੀ। ਉਹਦੇ ਤੋਂ ਬਾਅਦ ਉਹਦਾ ਥਾਇਰਾਇਡ ਠੀਕ ਹੋ ਗਿਆ। 2-3 ਮਹੀਨਿਆਂ ਬਾਅਦ ਉਹਨੂੰ ਮੈਂ ਪੁੱਛਿਆ ਕਿ ਕਿਵੇਂ, ਕਹਿੰਦੀ ਹੁਣ ਤਾਂ ਘਰ 'ਚ ਲੜਾਈ ਨਹੀਂ ਹੁੰਦੀ, ਹੁਣ ਤਾਂ ਘਰ 'ਚ ਲੜਾਈ ਹੋਣੀ ਹੀ ਬੰਦ ਹੋ ਗਈ। ਮੈਂ ਕਿਹਾ ਕਿਉਂ? ਕਹਿੰਦੀ ਇਹ ਨਹੀਂ ਮੈਨੂੰ ਸਮਝ ਆਈ, ਪਰ ਜਦੋਂ ਤੋਂ ਮੈਂ ਬੈਂਬੂਜ਼ਾ ਲਈ ਹੈ ਮੈਂ ਤਾਂ ਮੈਨੂੰ ਲੱਗਦਾ ਬਹੁਤ ਠੀਕ ਹੋ ਗਈ ਹਾਂ। ਸੋ ਬੇਸਿਕਲੀ ਹੋ ਸਕਦਾ ਉਹਦੀ ਨੇਚਰ ਦਾ ਉਹ ਹਿੱਸਾ ਚੇਂਜ ਹੋ ਗਿਆ ਹੋਏ ਜਿਹਦੇ ਕਰਕੇ ਲੜਾਈ ਹੁੰਦੀ ਸੀ। ਫਿਰ ਉਸ ਵੇਲੇ ਮੈਂ ਉਹਦੀ ਬੈਂਬੂਜ਼ਾ ਦਵਾਈ ਸਾਈਡ 'ਤੇ ਰੱਖ ਕੇ ਉਹਦੀ ਨਵੀਂ ਸਿਲੈਕਸ਼ਨ ਕੀਤੀ ਕਿ ਹੁਣ ਇਹ ਕਿਹੜੀ ਸਟੇਜ ਦੇ ਵਿੱਚ ਆ ਰਹੀ ਹੈ। ਇਸ ਤਰ੍ਹਾਂ ਕਈ ਵਾਰ ਇੱਦਾਂ ਹੁੰਦਾ ਕਿ ਇੱਕ ਮੈਡੀਸਨ ਦੇ ਵਿੱਚੋਂ ਪੇਸ਼ੈਂਟ ਨਿਕਲ ਜਾਂਦਾ, ਦੂਸਰੀ ਮੈਡੀਸਨ ਦੇ ਵਿੱਚ ਆ ਜਾਂਦਾ ਹੈ। ਸੋ ਇੱਦਾਂ ਇਹਨਾਂ ਦੇ ਵਿੱਚ ਵੀ ਸੀਗਾ ਕਿ ਫੋਪਿਸ਼ ਦੇ ਵਿੱਚ ਲਾਈਕੋ ਨਹੀਂ ਸੀ, ਉਹ ਨਕਸ ਵੋਮਿਕਾ ਆ ਗਈ ਸੀ। ਸੋ ਦਿਸ ਵਾਜ਼ ਆਲ ਹੇਅਰ। ਹੁਣ ਮੈਂ ਤੁਹਾਨੂੰ 3 ਕੇਸਿਸ ਵੋਕਲ ਕਾਰਡ ਸਿਸਟ ਦੇ ਦੱਸਣ ਲੱਗੀ ਹਾਂ। ਪਹਿਲਾ ਕੇਸ ਮੇਰਾ ਬਹੁਤ ਪੁਰਾਣਾ ਕੇਸ ਹੈ, ਅਬਾਊਟ 2004-05 ਦਾ। ਇੱਕ ਸਿੰਗਰ ਸੀਗੇ, ਹੈਗੇ ਆ, ਹਾਲੇ ਵੀ ਹੈਗੇ ਆ, ਅਤੇ ਉਹਨਾਂ ਦੇ ਗਲੇ ਦੇ ਵਿੱਚ ਵੋਕਲ ਕਾਰਡ ਦੇ ਗੱਭੇ ਸੈਂਟਰ ਦੇ ਵਿੱਚ ਇੱਕ ਛੋਟਾ ਜਿਹਾ ਸਿਸਟ ਹੋ ਗਿਆ। ਉਹਨਾਂ ਨੇ, ਕਿਉਂਕਿ ਸਾਡੇ ਸਾਰੇ ਪੇਸ਼ੈਂਟਸ ਇੱਧਰ ਲਈ ਹੁੰਦੇ ਆ ਚੰਡੀਗੜ੍ਹ ਮੋਹਾਲੀ ਦੇ, ਉਹ ਚੰਡੀਗੜ੍ਹ ਰਹਿੰਦੇ ਸੀ ਅਤੇ ਉਹਨਾਂ ਨੇ PGI ਤੋਂ 1.5-2 ਸਾਲ ਟਰੀਟਮੈਂਟ ਕਰਵਾਇਆ। ਟਰੀਟਮੈਂਟ ਕਰਵਾਉਣ ਤੋਂ ਬਾਅਦ ਵੀ ਉਹਨਾਂ ਦਾ ਸਿਸਟ ਐਜ਼ ਇਟ ਇਜ਼ ਸੀ, ਕੋਈ ਫਰਕ ਨਹੀਂ ਪਿਆ। ਹੁਣ PGI ਨੇ ਉਹਨਾਂ ਨੂੰ ਕਹਿ ਦਿੱਤਾ ਕਿ ਹੁਣ ਤੁਹਾਡੀ ਸਰਜਰੀ ਹੋਏਗੀ, ਓਪਰੇਸ਼ਨ ਹੋਏਗਾ, ਬਸ ਉਹਦੇ ਨਾਲ ਹੀ ਠੀਕ ਹੋ ਸਕਦਾ, ਬਟ ਵੀ ਡੋਂਟ ਗਰੰਟੀ ਕਿ ਠੀਕ ਹੋਏਗਾ ਜਾਂ ਨਹੀਂ ਹੋਏਗਾ, ਜਾਂ ਤੁਹਾਡੀ ਆਵਾਜ਼ ਹਮੇਸ਼ਾ ਵਾਸਤੇ ਚਲੀ ਜਾਏਗੀ। ਉਹ ਕਹਿੰਦੇ ਮੈਂ ਸਿੰਗਰ ਹਾਂ, ਮੇਰੀ ਆਵਾਜ਼ ਚਲੀ ਜਾਏਗੀ, ਇਹ ਤਾਂ ਮੇਰਾ ਬਹੁਤ ਵੱਡਾ ਲਾਸ ਹੈ। ਕੋਈ ਉਹਨਾਂ ਨੂੰ ਮੇਰੇ ਕੋਲ, ਮੇਰੇ ਮੋਹਾਲੀ ਦੇ ਯੂਨਿਟ 'ਤੇ ਲੈ ਆਏ, ਕੋਈ ਮੇਰੇ ਬਹੁਤ ਹੀ ਜਿਨ੍ਹਾਂ ਨੂੰ ਮੇਰੇ 'ਤੇ ਬਹੁਤ ਵਿਸ਼ਵਾਸ ਹੈ ਤਾਂ ਕੁਆਲੀਫਾਈਡ ਹੋਮਿਓਪੈਥਿਕ ਡਾਕਟਰ ਤਾਂ ਨਹੀਂ ਹੈ, ਪਰ ਉਹ ਮੇਰੇ ਸਾਰੇ ਕੇਸਿਸ ਵਗੈਰਾ ਬੜੀ ਸ਼ਿੱਦਤ ਦੇ ਨਾਲ ਪੜ੍ਹਦੇ ਆ। ਉਹ ਮੇਰੇ ਕੋਲ ਲੈ ਆਏ। ਤਾਂ ਉਹ ਜਦੋਂ ਬੰਦਾ ਆਇਆ, 2005 ਦੀ ਗੱਲ ਹੈ, ਉਦੋਂ ਆਮ ਲੋਕਾਂ ਕੋਲ ਬਹੁਤੀਆਂ ਵੱਡੀਆਂ ਗੱਡੀਆਂ ਨਹੀਂ ਹੁੰਦੀਆਂ ਸੀਗੀਆਂ ਐਟ ਦੈਟ ਟਾਈਮ, 15-18 ਸਾਲ ਪਹਿਲੋਂ। ਬੜੀ ਵੱਡੀ ਸਾਰੀ ਗੱਡੀ, ਉਹਦੇ 'ਚ 4-5 ਉਹਦੇ ਬੰਦੇ ਬੈਠੇ, ਅਤੇ ਆਇਆ ਅੰਦਰ, ਨਾਲ 2 ਬੰਦੇ ਉਹਦੇ ਨਾਲ ਹੋਰ ਤੁਰੇ ਹੋਏ ਹੈ। ਅਤੇ ਮੈਂ ਕਿਹਾ ਜੀ ਦੱਸੋ ਕੀ ਪ੍ਰੋਬਲਮ ਹੈ? ਕਹਿੰਦੇ ਮੇਰੇ ਨਾ ਗਲੇ ਦੇ ਵਿੱਚ ਵੋਕਲ ਕਾਰਡ ਦੇ ਗੱਭੇ ਸਿਸਟ ਹੋ ਗਿਆ, ਅਤੇ ਉਹ ਜਦੋਂ ਮੈਂ ਉੱਚੀ ਆਵਾਜ਼ 'ਚ ਸਿੰਗ ਕਰਦਾ ਗਾਨਾ ਆ, ਜਦੋਂ ਇੱਦਾਂ ਇਕੱਠਾ ਹੁੰਦਾ ਫਿਰ ਤਾਂ ਆਵਾਜ਼ ਨਿਕਲਦੀ, ਪਰ ਉਹਦੇ ਗੱਭੇ ਉਹ ਸਿਸਟ ਆ ਜਾਂਦਾ, ਤਾਂ ਮੇਰੀ ਆਵਾਜ਼ ਹੀ ਨਹੀਂ ਨਿਕਲਦੀ, ਜਿਹੜੀ ਹਾਈ ਪਿਚ ਵਾਲੀ ਆਵਾਜ਼ ਹੈ। ਅਤੇ ਮੈਂ ਹਾਈ ਪਿਚ 'ਤੇ ਗਾਣ ਵਾਲਾ ਸਿੰਗਰ ਹਾਂ। ਮੈਂ ਕਿਹਾ ਜੀ ਫਿਰ? ਕਹਿੰਦੇ ਜੋ ਉਹਨਾਂ ਨੇ ਬੋਲਿਆ, ਜੋ ਹੁਣ ਡਾਕਟਰ ਸਾਹਿਬ ਵਾਲੀ ਵੀ ਛੋਟਾ ਜਿਹਾ ਕੇਸ, ਛੋਟੀ ਜਿਹੀ ਗੱਲ, ਉਹਨਾਂ ਨੇ ਕਿਹਾ, ਕਹਿੰਦੇ ਕਿ ਡਾਕਟਰ ਸਾਹਿਬ ਬੜੀ ਮੁਸ਼ਕਿਲ ਦੇ ਨਾਲ ਇੱਥੇ ਤੱਕ ਪਹੁੰਚਿਆ, ਬਹੁਤ ਜ਼ਿਆਦਾ ਮਿਹਨਤਾਂ ਕੀਤੀਆਂ,
ਤੇ ਅੱਜ ਮੇਰਾ ਨਾਮ ਹੈ। ਮੈਂ ਅੱਜ ਇਸ ਸਟੇਜ 'ਤੇ ਪਹੁੰਚਿਆ। ਜੇ ਕਿਤੇ ਅੱਜ ਮੇਰੇ ਗਲੇ ਨੂੰ ਕੁਛ ਹੋ ਜਾਏ ਤਾਂ ਮੇਰੇ ਲਈ ਤਾਂ ਬਹੁਤ, ਇਹ ਤਾਂ ਬੜੀ ਡਰ ਵਾਲੀ ਗੱਲ ਹੈ ਕਿ ਕੀ ਬਣੇਗਾ ਮੇਰਾ ਸੋਸ਼ਲ ਸਟੇਟਸ, ਮੇਰੀ ਸੁਸਾਇਟੀ 'ਚ ਪੋਜੀਸ਼ਨ ਕੀ ਹੋਏਗਾ ਉਹਦਾ। ਇਸ ਗੱਲ ਲਈ ਮੈਂ ਬਹੁਤ ਡਰਦਾ ਹਾਂ। ਅਤੇ ਕਹਿੰਦਾ ਮੈਂ 1.5 ਸਾਲ ਤੋਂ ਕੁਛ ਗਾਣੇ ਗਾਣੇ ਚਾਹੁੰਦਾ ਆ, ਜਦੋਂ ਗਾਣ ਲੱਗਦਾ ਆ ਉਦੋਂ ਹੀ ਮੇਰੀ ਆਵਾਜ਼ ਖਰਾਬ ਹੋ ਜਾਂਦੀ ਹੈ। ਉਹ ਫਿਰ ਜਿਹੜੀ ਆਡੀਸ਼ਨ ਹੁੰਦੀ ਹੈ ਫਿਰ ਮੈਂ ਕਹਿੰਦਾ ਚਲੋ 2 ਮਹੀਨੇ ਬਾਅਦ ਸਹੀ, 2 ਮਹੀਨੇ ਬਾਅਦ ਸਹੀ। ਕਹਿੰਦੇ 10 ਵਾਰ ਮੈਂ ਆਪਣੀਆਂ ਆਡੀਸ਼ਨਸ ਪੋਸਟਪੋਨ ਕਰ ਚੁੱਕਾ, ਪਰ ਕਿੰਨਾ ਚਿਰ ਇਹ ਚੱਲੂਗਾ। ਅੱਜ ਵੀ ਕਹਿੰਦੇ ਰਾਤ ਨੂੰ ਮੇਰੀ ਆਡੀਸ਼ਨ ਹੈ ਅਤੇ ਮੈਂ ਕਿਹਾ ਵੀ ਹੁਣ ਅੱਜ ਤਾਂ ਦਵਾਈ ਲਈ ਆਵਾਂ। ਅਤੇ ਮੈਂ ਸਭ ਤੋਂ ਪਹਿਲਾਂ ਜਿੱਦਾਂ ਮੈਂ ਦੱਸਿਆ ਵੀ ਕੀ ਪ੍ਰੋਬਲਮ ਹੈ, ਉਹ ਮੈਂ ਫਿਜ਼ੀਕਲ ਰੂਬਰਿਕ ਮੈਂ ਲਿਖ ਲੈਂਦੀ ਹੁੰਦੀ ਹਾਂ, ਭਾਵੇਂ ਉਹਦੇ 'ਚ ਹੋਵੇ ਜਾਂ ਨਾ ਹੋਵੇ। ਸੋ ਫਸਟ ਰੂਬਰਿਕ ਵਾਜ਼ ਟਿਊਮਰ, ਬੈਨਾਈਨ, ਸਿਸਟਿਕ, ਇਨ ਜਨਰਲ ਉਹ ਲਿਆ। ਦੂਸਰਾ ਜਿਹੜੀ ਉਹਨੇ ਵਰਡਿੰਗ ਬੋਲੀ ਹੈ ਕਿ ਡਾਕਟਰ ਸਾਹਿਬ ਮੈਂ ਬੜੀ ਮੁਸ਼ਕਿਲ ਨਾਲ ਇਸ ਸਟੇਜ 'ਤੇ ਪਹੁੰਚੀ ਹਾਂ, ਲੋਕ ਮੈਨੂੰ ਜਾਣਦੇ ਆ, ਲੋਕ ਅੱਜ ਮੇਰੀ ਪੋਜੀਸ਼ਨ ਹੈ। ਦਿਸ ਵਾਜ਼ ਡਿਲਿਊਜ਼ਨ ਗ੍ਰੇਟ ਪਰਸਨ ਇਜ਼ ਆ, ਵੀ ਮੈਂ ਅੱਜ ਇੱਕ ਮਹਾਨ ਵਿਅਕਤੀ ਹਾਂ, ਲੋਕ ਮੈਨੂੰ ਜਾਣਦੇ ਹੈ। ਡਿਲਿਊਜ਼ਨ ਡਿਸਟਿੰਗੁਇਸ਼ਡ, ਲੋਕਾਂ 'ਚ ਮੇਰੀ ਪਛਾਣ ਹੈ, ਲੋਕ ਮੈਨੂੰ ਜਾਣਦੇ ਹੈ। ਮੈਂ ਬੜੀ ਮੁਸ਼ਕਿਲ ਨਾਲ ਇਹ ਪੋਜੀਸ਼ਨ ਹਾਸਿਲ ਕੀਤੀ ਹੈ। ਹੁਣ ਕੀ ਡਰ ਹੈ ਕਿ ਜੇ ਮੈਂ ਗਾ ਨਾ ਸਕਿਆ ਤਾਂ ਸੁਸਾਇਟੀ ਦੇ ਵਿੱਚ ਮੇਰੀ ਪੋਜੀਸ਼ਨ ਦਾ ਕੀ ਹੋਏਗਾ। ਫੀਅਰ ਸੋਸ਼ਲ ਪੋਜੀਸ਼ਨ ਅਬਾਊਟ ਹਿਜ਼, ਬੜੇ ਸਿੱਧੇ ਸਿੱਧੇ ਸਿੰਪਲ ਜਿਹੀਆਂ ਚੀਜ਼ਾਂ ਆ। ਫੀਅਰ ਸੋਸ਼ਲ ਪੋਜੀਸ਼ਨ ਅਬਾਊਟ ਇਟ, ਕਿ ਸੁਸਾਇਟੀ 'ਚ ਮੇਰੀ ਜਿਹੜੀ ਪੋਜੀਸ਼ਨ ਹੈ ਕੀ ਹੋਊਗਾ। ਫੀਅਰ ਪੋਜੀਸ਼ਨ ਟੂ ਲੂਜ਼ ਹਿਜ਼ ਲਿਊਕਰੇਟਿਵ, ਜਿਹੜੀ ਬੜੀ ਉਹਨੇ ਮਿਹਨਤ ਦੇ ਨਾਲ ਐਡੀ ਤਕੜੀ ਐਡੀ ਵਧੀਆ ਪੋਜੀਸ਼ਨ ਬਣਾਈ ਹੈ, ਉਹਦਾ ਕੀ ਹੋਊਗਾ, ਉਹਦੇ ਬਾਰੇ ਉਹ ਡਰ ਰਿਹਾ ਹੈ। ਐਂਡ ਉਹ ਜਿਹੜਾ ਮੈਂ ਓਬਜ਼ਰਵ ਕੀਤਾ, ਗੱਡੀ ਆਈ ਵੱਡੀ ਸਾਰੀ, ਗੱਡੀ 'ਚ 4 ਬੰਦੇ ਬਾਹਰ ਖੜ੍ਹੇ ਆ, 2 ਉਹਦੇ ਨਾਲ ਅੰਦਰ ਆਏ ਆ। ਦਿਸ ਵਾਜ਼ ਅਗੇਨ ਅ ਬੋਸਟਰ, ਥੋੜ੍ਹਾ ਫੁਕਰਾ ਜਿਹਾ ਆਪਣੇ ਆਪ ਨੂੰ ਸ਼ੋਅ ਕਰਨਾ। ਦਿਸ ਵਾਜ਼ ਬੋਸਟਰ। ਜਦੋਂ ਮੈਂ ਸਾਰੇ ਰੂਬਰਿਕਸ ਪਾਏ ਤਾਂ ਦੇਰ ਵਾਜ਼ ਓਨਲੀ 1 ਮੈਡੀਸਨ, ਦੈਟ ਵਾਜ਼ ਵਿਰੇਟਰਮ ਐਲਬਮ। ਵਿਰੇਟਰਮ ਐਲਬਮ ਕਿਤੇ ਵੀ ਸਿਸਟ ਵਿੱਚ ਨਹੀਂ ਸੀ, ਬਾਕੀ ਸਾਰੇ ਮਾਈਂਡ ਵਾਲੇ ਜਿਹੜੇ 5 ਰੂਬਰਿਕਸ ਹੈ ਸਾਰੇ ਅਸੀਂ। ਮੈਂ ਕਦੀ ਵੀ ਇਹ ਨਹੀਂ ਸੋਚਦੀ ਹੁੰਦੀ ਵੀ ਹੁਣ ਇਹਦੇ 'ਚ ਤਾਂ ਹੈ ਨਹੀਂ, ਇਹ ਕਿੱਦਾਂ ਐਕਟ ਕਰੂਗੀ। ਮੈਂ ਕਹਿੰਦੀ ਹੁੰਦੀ ਕੋਈ ਗੱਲ ਨਹੀਂ, ਇਹਦੇ 'ਤੇ ਨਹੀਂ ਕਰੇ ਨਾ ਸੀ, ਪਰ ਕਿਉਂਕਿ ਮੇਰੀ ਮੈਂਟਲ ਪਿਕਚਰ ਉਹਦੀ ਮੈਂਟਲ ਪਿਕਚਰ ਨਾਲ ਮੈਚ ਕਰ ਰਹੀ ਹੈ। ਡਾਕਟਰ ਹੈਨੀਮੈਨ ਨੇ ਕਿਹਾ ਕਿ ਜਦੋਂ ਵੀ ਕਿਸੇ ਦਾ ਇਲਾਜ ਕਰੋ, ਤੁਹਾਡੇ ਕੋਲ ਇੱਕ ਬਿਮਾਰੀ ਦੀ ਟਰਾਇੰਗਲ ਹੁੰਦੀ ਹੈ, ਉਸ ਬਿਮਾਰੀ ਦੀ ਟਰਾਇੰਗਲ ਉੱਤੇ ਤੁਸੀਂ ਆਪਣੀ ਦਵਾਈ ਦੀ ਟਰਾਇੰਗਲ ਇਸ ਤਰੀਕੇ ਨਾਲ ਫਿੱਟ ਕਰਨੀ ਹੈ ਕਿ ਬਿਲਕੁਲ ਹੂਬਹੂ ਉਹਨੂੰ ਕਵਰ ਕਰ ਜਾਏ। ਤਾਂ ਮੈਨੂੰ ਲੱਗਦਾ ਹੁੰਦਾ ਕਿ ਮੇਰੀ ਇਹ ਜਿਹੜੀ ਮੈਂਟਲ ਪਿਕਚਰ ਹੈ ਉਸ ਪੇਸ਼ੈਂਟ ਦੀ ਮੈਂਟਲ ਪਿਕਚਰ ਨੂੰ ਪੂਰਾ ਕਵਰ ਕਰ ਰਹੀ ਹੈ। ਮੈਂ ਉਹਨੂੰ ਵਿਰੇਟਰਮ ਐਲਬਮ 30 ਦੀ 1 ਡੋਜ਼ ਦੇ ਦਿੱਤੀ। ਮੇਰੇ ਸਾਰਾ ਪਲੈਸੀਬੋ ਹੀ ਚੱਲਦਾ ਹੈ ਬਾਕੀ ਦਾ। ਜਦੋਂ ਦਿੱਤੀ ਅਤੇ ਰਾਤ ਨੂੰ ਉਹਦੀ ਆਡੀਸ਼ਨ ਸੀਗਾ। ਅਗਲੇ ਹਫਤੇ ਉਹ ਬੰਦਾ ਆਇਆ ਐਂਡ ਹੀ ਵਾਜ਼ ਸੋ ਹੈਪੀ। ਕਹਿੰਦਾ ਡਾਕਟਰ ਸਾਹਿਬ ਕੀ ਜਾਦੂ ਦੀ ਪੁੜੀ ਦਿੱਤੀ ਸੀ, ਤੁਹਾਡੇ ਤੋਂ ਇੱਥੋਂ ਹੀ ਦਵਾਈ ਲਈ ਸੀ। ਰਾਤੀ ਮੇਰੀ ਆਡੀਸ਼ਨ ਸੀ ਅਤੇ ਮੈਂ 5 ਗਾਣੇ ਗਾਏ। 1.5 ਸਾਲ ਬਾਅਦ ਪਹਿਲੀ ਵਾਰ ਮੇਰੇ ਤੋਂ 5 ਗਾਣੇ ਇਕੱਠੇ ਇੱਕੋ ਟਾਈਮ 'ਤੇ ਮੈਂ ਗਾਏ। ਫਿਰ ਕਹਿੰਦਾ ਮੈਂ ਗਿਆ PGI, ਕਿਉਂਕਿ ਮੇਰਾ ਉੱਥੇ ਸੈਟਰਡੇ ਯੂਨਿਟ ਹੁੰਦਾ। ਫਿਰ ਕਹਿੰਦਾ ਮੈਂ ਗਿਆ PGI। ਮੈਂ ਕਿਹਾ ਜੀ ਮੇਰਾ ਗਲਾ ਦੇਖੋ ਤੁਸੀਂ, ਆਹ ਰਿਪੋਰਟਾਂ ਆ। ਉਹ ਕਹਿੰਦੇ ਵੀ ਤੇਰਾ ਤਾਂ ਗਲਾ ਬਿਲਕੁਲ ਠੀਕ ਹੈ, ਇੱਕ ਸਿਰਫ ਸਕਾਰ ਹੈ ਉੱਥੇ, ਵੀ ਇੱਥੇ ਪਹਿਲਾਂ ਕੁਛ ਸੀਗਾ ਪਰ ਉਹ ਤਾਂ ਹੁਣ ਹੈ ਨਹੀਂ। ਜਸਟ ਵਿਦਇਨ 1 ਵੀਕ, 1 ਹਫ਼ਤੇ ਦੇ ਅੰਦਰ ਉਹਦਾ, 1 ਹਫ਼ਤਾ ਕੀ 4-6 ਘੰਟਿਆਂ 'ਚ ਹੀ ਹੋ ਗਿਆ ਹੋਣਾ। ਸੋ ਵਿਰੇਟਰਮ ਐਲਬਮ ਨੇ ਉਹਨੂੰ, ਇਹ ਮੈਨੂੰ ਸਪੈਸ਼ਲ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਕੇਸ ਦੱਸਣਾ ਹੈ, ਮੈਨੂੰ ਬੜਾ ਇੰਟਰਸਟਿੰਗ ਲੱਗਦਾ। ਇਹ ਗੱਲ ਵੀ ਤਕਰੀਬਨ 15-18 ਸਾਲ ਪੁਰਾਣੀ ਹੈ। ਉਹ ਬੰਦਾ ਅੱਜ ਵੀ ਮੈਨੂੰ ਜਾਣਦਾ ਅਤੇ ਅੱਜ ਵੀ ਮੇਰੀ ਇਸ ਗੱਲ ਕਰਕੇ ਕਰਦਾ ਕਿ ਡਾਕਟਰ ਸਾਹਿਬ ਤੁਹਾਡੀ ਦਿੱਤੀ ਹੋਈ ਆਵਾਜ਼ ਆ ਮੇਰੀ, ਵਰਨਾ PGI ਨੇ ਤਾਂ ਮੇਰਾ ऑपरेशन ही कर देना सी, पता नहीं आवाज़ चलनी सी या नहीं चलनी सी। अगे भी मैं दसदी हाँ। फिर आ गई जी साडी बेटी की मैरिज, इट वॉज इन 2007। फिर उन्हें कहा कि मैं थोड़े विआह ते फ्री दे विच गाऊँगा, तो अदरवाइज़ मैं 1.5-2 लाख रुपया लैना है, तो पर मैं थोड़े उच्च पैसे नहीं लूँगा। असी कहा भी नहीं, पैसे तेरे बंदियां दे भी होंदे हैं, जिन्ने को तो मिनीमम लैने असी उन्ने देवांगे।
फिर वो आके बेटी की मैरिज दे विच गाने गा के गया। सो 65,000 उन्होंने फिर लिया सीगा। सवा लख तो उत्ते सी 65,000। ओके, ये हो गया विरेट्रम एल्बम। नाउ अगेन अनदर केस ऑफ वोकल कॉर्ड सिस्ट। एक 55 साल की लेडी मेरे को आए इत्थे देवीगढ़ तो, कहते डॉक्टर साहब आवाज़ बैठ गई, बिल्कुल ही बैठ गई आवाज़, बोलिया ही नहीं जाता। मेरे को उस वेले भी उन्होंने तो बड़े औखे जे बोल रहे सी। मैं क्या जी होया कि, कहते डॉक्टर नूं दिखाया उन्होंने, पता नहीं की पाया मेरे मूँह च पा पा के, ओहो बुरा ही हाल करता। एंडोस्कोपी की उन्होंने, वो पा के तो उन्होंने वोकल कॉर्ड नोड्यूल उन्होंने डिक्लेयर किया। तो कहती मैं तो बिल्कुल बोलिया नहीं जाता, बहुत बुरा हाल है मेरा। तो शाहबाद दिखाता, चंडीगढ़ दिखाता, फलानी जगह दिखाता, सब जगह दिखाता, पर कितों आराम नहीं आया। हुण मैं तुहाडे कोल आई हाँ तो तुसीं मैनूं दसो। मैं क्या जी दसो, होर दसो अपने। ये मेरी वीडियो भी बनी हुई है एक इस केस की, क्योंकि असीं जनरल जी 5-7 गल्लां पुछी दियां, उहदे नाल ही ऑलमोस्ट केस क्लीयर हो जाता। और असीं तां बिल्कुल सिंपल रूबरिक लैने आ। ये नहीं है भी बड़े बड़े अखर यूज़ करके डॉक्टर्स नूं डरा दो या डॉक्टर्स नूं कोई बहुत औखा है। सब तो सिंपल तो सब तो बेस्ट सिस्टम जिहड़ा है सैगल सिस्टम है, या माइंड सिस्टम कह लो। 2 गल्लां करनी है, गल्लां दे विच तुहानूं दवाई निकल जानी है। सो मैं उन्होंने पूछा जी गुस्सा गस्सा, कहते गुस्सा गस्सा आ जाता है, कह दिनी आ 5-10 मिनट लिए हुंदा आ। चिंता फिक्र नहीं, कोई खास नहीं, परहेज कोई खास नहीं, खा भी लैनी है, कभी नहीं भी खाती। दिस वॉज ऑल फ्रिवलसनेस। इन्हों मैं बाकी छड्डो क्योंकि टाइम थोड़ा है, तो इन्हों मैं बेलाडोना दी, लैके चले गए। 15 दिन बाद किसी के कोल मैसेज आया जी उन्होंने दवाई रिपीट कर दो। असी मोस्टली 0 के रिपीट करते हैं, रिपीट करती। फिर मुड़ के अगली बार फिर आ गया जी रिपीट कर दो फलानिया दी, मैं करती। फिर 3 महीने बाद वो आए आप, 3 महीने बाद कहते डॉक्टर साहब बड़ा ही फर्क पिया, बहुत फर्क पिया ये दवाई के नाल। तो मैं कहा जी ठीक है, बहुत अच्छी गल है। जान लगे तो इन्हों डॉक्टर साहब आ गए, उन्होंने आ गल मेरे नाल नहीं सी कीती जिहड़ी मैं दस्सण लगी है। इन्हों बाहर निकले तो कहते डॉक्टर साहब थोनों मैं दसना आ, कहते जो तुसी अमेरिका चल गए सीगे उस तो बाद चों मैं बीमार हो गई, मेरे गले चा हो गया, मैं तो थोनों उड़ीकती रही। इन्हों दस रहे, मैनू नहीं वो गल दसी उन्होंने, मैं तो उड़ीकती रही। फिर मैं उन्होंने पूछा जिन्होंने दवाई दवाई सी भी कित्थे आ गए कि ना, जिद्दे तुसी आए मैं पहले दिन ही आ गई, दवाई लै गई। कहते मैं इत्थों दवाई मूँह च तुप के पवाए, आ गड्डी तक नहीं पहुँची, मेरी आवाज़ तो ऐन वधिया हो गई। वो दिन गया, अज का दिन आया, मेरी तो आवाज़ बिल्कुल ठीक है। ਇਹਦਾ मतलब बेलाडोना ने कितनी तेजी नाल एक्ट किया। इस गल का मैनू नहीं सी पता कि उन्हें मैनू ये गल दसी है, क्योंकि मैंने तो सी ठीक है ठीक है ठीक है। इन्हों ये गल दसी रोक के स्पैशली भी थोड़ा मैं दसना आया भी मैं इदा ठीक हुई सी। सो ओदा भी वोकल कॉर्ड सिस्ट बिल्कुल ठीक 100% विद बेलाडोना। वन मोर केस ऑफ वोकल कॉर्ड सिस्ट, एक होर केस, एक ये भी एक सिंगर है, जनवरी दे विच मेरे को आए, जस्ट आही 3 जनवरी नूं ऑनलाइन ट्रीटमेंट लई बाय वीडियो कॉलिंग। तो ये सिंगर है, 43 ईयर्स की एज है, गाने गाते हैं, कहते मैं कई सालों तो गा रही हाँ, 4-4 5-5 घंटे गाने गाई जानी हाँ, तो हुण मेरे वोकल कॉर्ड दे विच 2 mm का पॉलिप हो गया, हुण मैं गा नहीं सकती। आ देखो मेरी आवाज़ कितनी बैठी हुई है। तो ENT वाले दिखाता, ये भी चंडीगढ़ का ही है, तो फलाने नूं दिखाया, टमकाने नूं दिखाया, तो कोई फर्क नहीं पिया एलोपैथी दे नाल। तो हुण मैनूं थोड़े बारे किसी ने दस्या, इस करके मैं थोड़े कोल आई हाँ। मैं क्या दसो कदों प्रॉब्लम हुई, की प्रॉब्लम हुई, इन्हां दा केस मैं बहुत डिटेल दे विच लिया। तो कहते मैं अक्सर गाने गाती रहनी हाँ, कभी किते हुण तो इन्ने महीने हो गए, 6 महीने हो गए, तो मैनू नाल साह दी भी प्रॉब्लम होने लग पई है, सब कुछ उल्टा पुल्टा ही हो गया। एलोपैथी बड़ा चिर लई, सैक्टर 47 तो भी किसी तो दवाई लई, फलाने तो भी लई, मतलब बिल्कुल भी कोई फर्क नहीं पै रहा।
ਤੇ ਮੈਂ ਕਿਹਾ ਆਪਣੀ ਲਾਈਫ ਬਾਰੇ ਦੱਸੋ। ਜਦੋਂ ਵੀ ਕਿਤੋਂ ਕੋਈ ਸਵਾਲ ਨਾ ਆਪਾਂ ਨੂੰ ਦਿਖਦੇ ਹੋਣ, ਕੀ ਪੁੱਛੀਏ, ਕਈ ਮਰੀਜ਼ ਬਿਲਕੁਲ ਕੁਛ ਨਹੀਂ ਦੱਸਦੇ, ਤਾਂ ਅਕਸਰ ਉਹਦੀ ਲਾਈਫ ਬਾਰੇ ਪੁੱਛੋ ਵੀ ਘਰ 'ਚ ਕੌਣ ਕੌਣ ਹੈ, ਕਿੰਨੇ ਲੋਕ ਹੋ, ਕਿੰਨੇ ਰਹਿੰਦੇ ਹੋ, ਕਿਹਦੇ ਨਾਲ ਬਣਦੀ ਹੈ, ਗੁੱਸਾ ਗੱਸਾ ਆਉਂਦਾ ਨਹੀਂ ਆਉਂਦਾ। ਤਾਂ ਮੈਂ ਇਹਨੂੰ ਪੁੱਛਿਆ ਵੀ ਆਪਣੇ ਬਾਰੇ ਦੱਸੋ, ਗੁੱਸਾ ਗੱਸਾ। ਕਹਿੰਦੇ ਗੁੱਸਾ ਤਾਂ ਬਥੇਰਾ ਆਉਂਦਾ ਹੈ, ਪਰ ਮੈਨੂੰ ਪਛਤਾਵਾ ਬਹੁਤ ਛੇਤੀ ਹੁੰਦਾ, ਮੈਂ ਕੁਝ ਕਹਿ ਦਿੰਦੀ ਹਾਂ ਫਿਰ ਮੇਰੇ ਮਨ 'ਚ ਹੁੰਦਾ ਵੀ ਕਿਉਂ ਕਿਹਾ। ਤੇ ਮੈਂ ਕਿਹਾ ਮੈਰਿਜ ਹੋਈ ਹੈ। ਕਹਿੰਦੀ ਮੈਰਿਜ ਹੋਈ ਹੈ, ਪਰ ਮੇਰੇ ਇਨ-ਲॉज ਬਾਹਰ ਹੈ, ਕਿਤੇ ਬਹਿਰੀਨ ਹੈ, ਮੈਂ ਉਹਨਾਂ ਦੇ ਕੋਲ ਨਹੀਂ ਰਹਿੰਦੀ। ਮੈਂ ਕਿਹਾ ਜੀ ਕਿਉਂ ਨਹੀਂ ਰਹਿੰਦੇ? ਕਹਿੰਦੀ ਬਸ ਮੇਰੇ ਹਸਬੈਂਡ ਸਾਲ ਕੁ ਬਾਅਦ ਆ ਜਾਂਦੇ ਹੈ, ਅਤੇ ਬਸ ਫਿਰ ਮੈਂ ਤਾਂ ਇੱਥੇ ਆਪਣੇ ਭਰਾ ਦੇ ਕੋਲ, ਮੇਰਾ ਭਰਾ ਮੇਰੇ ਕੋਲ ਰਹਿੰਦਾ ਹੈ। ਮੈਂ ਕਿਹਾ ਫਿਰ ਫੈਮਿਲੀ ਹੋਰ? ਕਹਿੰਦੇ ਨਹੀਂ, ਉਹਨਾਂ ਨਾਲ ਮੇਰਾ ਕੋਈ ਬਹੁਤਾ ਨਹੀਂ ਹੈ, ਬਸ। ਮੈਂ ਕਿਹਾ ਬੱਚਾ? ਕਹਿੰਦੇ ਨਹੀਂ, ਬੱਚਾ ਮੇਰਾ ਨਹੀਂ ਹੈ, ਮੇਰੇ ਭਰਾ ਦੇ ਬੱਚੇ ਹੈ, ਉਹੀ ਮੇਰੇ ਬੱਚੇ ਹੈ। ਮੈਂ ਕਿਹਾ ਅੱਛਾ। ਬਸ ਉਹਨਾਂ ਨੂੰ ਹੀ ਮੈਂ ਮਦਰਲੀ ਪਿਆਰ ਕਰਦੀ ਹਾਂ। ਮੈਂ ਕਿਹਾ ਤੁਸੀਂ 43 ਈਅਰਸ ਦੇ ਬੱਚਾ ਹੋਇਆ ਕਿਉਂ ਨਹੀਂ? ਕਹਿੰਦੇ ਨਹੀਂ, ਬਸ ਮੈਨੂੰ ਮੇਰੇ ਹਸਬੈਂਡ ਦੇ ਵਿੱਚ ਕਮੀ ਹੈ, ਇਸ ਕਰਕੇ ਬੱਚਾ ਨਹੀਂ ਹੋਇਆ। ਮੈਂ ਕਿਹਾ ਚਲੋ, ਬਸ ਮੇਰੇ ਬ੍ਰਦਰ ਦੇ ਬੱਚੇ ਹੈ ਜਿਨ੍ਹਾਂ ਦਾ ਮੈਂ ਬਹੁਤ ਧਿਆਨ ਰੱਖਦੀ ਹਾਂ। ਅਤੇ ਮੈਂ ਕਿਹਾ ਓਕੇ। ਅਤੇ ਜੇ ਮੈਂ ਗੁੱਸੇ 'ਚ ਕੁਛ ਕਹਿੰਦੀ, ਮੈਨੂੰ ਬਹੁਤ ਗਿਲਟੀ ਹੁੰਦੀ ਹੈ, ਬਹੁਤ ਜ਼ਿਆਦਾ, ਕਿ ਮੈਂ ਕਿਉਂ ਕਿਹਾ। ਅਤੇ ਸਭ ਤੋਂ ਜ਼ਿਆਦਾ ਮੈਨੂੰ, ਜੇ ਮੇਰਾ ਗਲਾ ਕੰਮ ਨਹੀਂ ਕਰੇਗਾ, ਮੈਂ ਗਾਵਾਂਗੀ ਨਹੀਂ, ਅਤੇ ਮੈਨੂੰ ਸਭ ਤੋਂ ਜ਼ਿਆਦਾ ਚਿੰਤਾ ਬੱਚਿਆਂ ਦੀ ਹੈ। ਉਹਦੇ 4 ਬੱਚੇ ਹੈ, ਉਹਦਾ ਕੰਮ ਬਹੁਤ ਥੋੜ੍ਹਾ ਮੇਰੇ ਭਰਾ ਦਾ, ਅਤੇ ਮੇਰੇ ਪੈਸਿਆਂ ਨਾਲ ਹੀ ਘਰ ਦਾ ਗੁਜ਼ਾਰਾ ਹੁੰਦਾ ਹੈ। ਮੈਂ ਕਿਹਾ ਠੀਕ ਹੈ, ਬਸ ਮੈਨੂੰ ਬੱਚਿਆਂ ਦੀ, ਬੱਚਾ ਕਿਤੇ ਬਿਮਾਰ ਹੋ ਜਾਏ ਤਾਂ ਮੈਨੂੰ ਤਾਂ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਵੀ ਕਿਹੜੇ ਡਾਕਟਰ ਨੂੰ ਦਿਖਾਵਾਂ, ਫਟਾਫਟ ਠੀਕ ਕਰਾਂ। ਅਤੇ ਕਿਸੇ ਦੀ ਕੋਈ ਮਾੜੀ ਖਬਰ ਸੁਣ ਲਾਂ, ਕਿਸੇ ਦਾ ਕੋਈ ਮਾੜਾ ਦੇਖ ਲਾਂ, ਉਹਦਾ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਸੋ ਇਹਦੇ ਵਿੱਚ ਮੈਂ ਕਈ ਸਾਰੇ ਰੂਬਰਿਕਸ ਲਏ। ਜਿਹੜੇ ਸਿੰਗਿੰਗ ਵਾਲੇ ਪ੍ਰੋਫੈਸ਼ਨ ਦੇ ਲੋਕ ਹੁੰਦੇ ਹੈ, ਮੈਂ ਉਹਨਾਂ 'ਚ ਸਿੰਗਿੰਗ ਰੂਬਰਿਕ ਵੀ ਲੈ ਲੈਂਦੀ ਹਾਂ ਕਿ ਸਿੰਗਿੰਗ ਉਹਨਾਂ ਦਾ ਗਾਣਾ, ਉਹਨਾਂ ਦਾ ਪ੍ਰੋਫੈਸ਼ਨ ਹੈ। ਸੋ ਫਸਟ ਰੂਬਰਿਕ ਜਿਹੜਾ ਮੈਂ ਗਲੇ ਵਾਲਾ ਲਿਆ ਸੀ, ਜੈਨਰਲ 'ਚ ਪੋਲਿਪ, ਕਿ ਪੋਲਿਪ ਉਹਨਾਂ ਦੇ ਗਲੇ 'ਚ ਹੋ ਗਿਆ। ਦੂਜਾ ਸਿੰਗਿੰਗ। ਤੀਜਾ, ਉਹ ਜਿਸ ਤਰੀਕੇ ਨਾਲ ਗੱਲ ਕਰ ਰਹੀ ਸੀ, ਲੱਗ ਰਿਹਾ ਸੀ ਕਿ ਬਹੁਤ ਜ਼ਿਆਦਾ ਇਹਦੇ ਅੰਦਰ, ਮੈਂ ਉੱਥੇ ਗਾਣਾ ਗਾਇਆ, ਮੈਂ ਫਲਾਣੇ ਬੈਂਕ ਦਾ ਫੰਕਸ਼ਨ ਸੀ ਉੱਥੇ ਗਾਣਾ ਗਾਇਆ, ਕਾਫੀ ਜ਼ਿਆਦਾ ਮੈਨੂੰ ਈਗੋ ਦਿਖੀ ਵੀ ਜਿੱਦਾਂ ਕਾਫੀ ਜ਼ਿਆਦਾ ਇਹਦੇ ਅੰਦਰ ਹੰਕਾਰ ਹੁੰਦਾ ਹੈ, ਮੈਨੂੰ ਲੱਗਿਆ ਐਵੇਂ। ਦਿਸ ਵਾਜ਼ ਮਾਈ ਓਬਜ਼ਰਵੇਸ਼ਨ। ਤਾਂ ਮੈਂ ਉਹ, ਵੈਸੇ ਤਾਂ ਵੱਡਾ ਰੂਬਰਿਕ ਹੈ, ਪਰ ਮੈਂ ਲੈ ਲਿਆ। ਉਹ ਤੋਂ ਬਾਅਦ ਜਿਹੜੀ ਬੱਚਿਆਂ ਵਾਲੀ ਗੱਲ ਹੈ, ਐਂਗਜ਼ਾਈਟੀ ਚਿਲਡਰਨ ਅਬਾਊਟ ਹਿਜ਼, ਭਾਵੇਂ ਉਹਦੇ ਬੱਚੇ ਨਹੀਂ ਸੀ, ਪਰ ਉਹ ਉਹਨਾਂ ਬੱਚਿਆਂ ਨੂੰ ਆਪਣੇ ਬੱਚੇ ਹੀ ਕੰਸੀਡਰ ਕਰਦੀ ਸੀ। ਇੱਕ ਐਂਗਜ਼ਾਈਟੀ ਚਿਲਡਰਨ ਅਬਾਊਟ ਹਿਜ਼, ਇੱਕ ਕੇਅਰਸ ਵਰੀਜ਼ ਫੁੱਲ ਆਫ। ਕੇਅਰਸ ਵਰੀਜ਼ ਫੁੱਲ ਆਫ ਅਸੀਂ ਕਦੋਂ ਲਵਾਂਗੇ? ਜਦੋਂ ਕੋਈ ਬਿਮਾਰ ਹੋ ਗਿਆ, ਬਹੁਤ ਜ਼ਿਆਦਾ ਉਹਦਾ ਧਿਆਨ ਰੱਖਣਾ। ਐਂਗਜ਼ਾਈਟੀ ਹੁੰਦੀ ਹੈ ਕਿਸੇ ਦੀ ਚਿੰਤਾ ਕਰਨੀ, ਉਸ ਵੇਲੇ ਉਹ ਕੁਛ ਕਰੇ ਜਾਂ ਨਾ ਕਰੇ, ਇਹ ਅਲੱਗ ਗੱਲ ਹੈ ਕਿ ਐਂਗਜ਼ਾਈਟੀ ਹੈ, ਮੈਨੂੰ ਬੜੀ ਟੈਨਸ਼ਨ ਹੁੰਦੀ ਹੈ ਕਿ ਉਹ ਠੀਕ ਰਹਿਣ, ਬਸ ਇੱਥੇ ਤੱਕ। ਕੇਅਰਸ ਦੇ ਵਿੱਚ ਉਹ ਕੁਛ ਕਰਦਾ ਹੈ ਉਹਦੇ ਵਾਸਤੇ। ਜਦੋਂ ਇਹਨਾਂ ਨੇ ਕਿਹਾ ਕਿ ਮੈਂ ਉਹਨਾਂ ਬੱਚੇ ਬਿਮਾਰ ਹੋ ਜਾਣ ਤਾਂ ਮੈਨੂੰ ਹੁੰਦਾ ਕਿ ਫਟਾਫਟ ਕਿੱਥੋਂ ਦਵਾਈ ਲਿਆ ਕੇ ਦੇਵਾਂ ਅਤੇ ਉਹ ਠੀਕ ਹੋ ਜਾਣ। ਦਿਸ ਇਜ਼ ਕੇਅਰਸ ਫੁੱਲ ਆਫ। ਦੈਨ ਇਹਦੇ 'ਚ ਵੀ ਮੈਂ ਲਿਆ ਕਿ ਡਿਲਿਊਜ਼ਨ ਗ੍ਰੇਟ ਪਰਸਨ ਇਜ਼, ਉਹਨੂੰ ਲੱਗਦਾ ਕਿ ਮੇਰਾ ਨਾਮ ਹੈ ਇੱਕ, ਉਹਨੇ ਵੀ ਇਹੀ ਵਰਡਿੰਗ ਬੋਲੀ ਸੀਗੀ ਕਿ ਮੇਰਾ ਨਾਮ ਹੈ, ਮੈਂ ਗਾਣੇ ਗਾਉਂਦੀ ਇੰਨੇ 4-5 ਸਾਲ ਤੋਂ। ਐਂਡ ਐਂਗਰ ਆਲਟਰਨੇਟਿੰਗ ਵਿਦ ਕੁਇਕ ਰਿਪੈਂਟੈਂਸ, ਪਛਤਾਵਾ, ਗਿਲਟੀ ਬਹੁਤ ਹੀ ਜ਼ਿਆਦਾ। ਜਦੋਂ ਮੈਂ ਸਾਰੇ ਦੇ ਸਾਰੇ ਰੂਬਰਿਕਸ ਪਾਏ, ਸਿਰਫ ਇੱਕ ਨੂੰ ਛੱਡ ਕੇ, ਜਿਹੜਾ ਉਹਨੇ ਕਿਹਾ ਕਿ ਮੈਂ ਸਰਜਰੀ ਨਹੀਂ ਕਰਵਾਉਣੀ, ਫੀਅਰ ਇੰਜਰਡ ਆਫ ਬੀਇੰਗ ਨੂੰ ਛੱਡ ਕੇ, ਬਾਕੀ ਸਾਰਿਆਂ ਦੇ ਵਿੱਚ ਦੇਅਰ ਵਾਜ਼ ਓਨਲੀ ਵਨ ਮੈਡੀਸਨ, ਸਲਫਰ। ਅਤੇ ਉਹਨਾਂ ਨੂੰ ਮੈਂ ਸਲਫਰ 30 ਦਿੱਤੀ। ਸਲਫਰ 30 ਉਹਨਾਂ ਨੂੰ 3 ਜਨਵਰੀ ਨੂੰ ਦਿੱਤੀ। ਉਹਦੇ ਤੋਂ ਬਾਅਦ ਉਹਨਾਂ ਦਾ ਮੁੜ ਕੇ ਆਇਆ ਜਵਾਬ ਅਗਲੇ ਮਹੀਨੇ ਦੀ ਦਵਾਈ ਵਾਸਤੇ ਕਿ ਡਾਕਟਰ ਸਾਹਿਬ ਬਹੁਤ ਜ਼ਿਆਦਾ, 2 ਪੁੜੀਆਂ ਨਾਲ ਹੀ ਐਨ ਫਰਕ ਪੈ ਗਿਆ, ਬਹੁਤ ਹੀ ਜ਼ਿਆਦਾ। ਮੈਂ ਤਾਂ ਇੱਕ ਪ੍ਰੋਗਰਾਮ ਵੀ ਕਰ ਲਿਆ ਇੰਨੇ ਚਿਰ ਦੇ ਵਿੱਚ, ਅਤੇ ਅੱਗੇ ਦੇਖਿਆ ਮੇਰੀ ਆਵਾਜ਼ ਕਿੰਨੀ ਬੈਠੀ ਹੋਈ ਸੀ, ਹੁਣ ਦੇਖਿਆ, ਆਪ ਦੇਖ ਰਹੇ ਹੋ ਨਾ ਕਿਤਨੀ ਅੱਛੀ ਆਵਾਜ਼ ਹੋ ਗਈ ਹੈ ਉਹਦੇ ਨਾਲ ਹੀ ਬਸ। ਅਤੇ ਉਹਨੇ ਮੈਨੂੰ ਉੱਤੇ ਵੀਡੀਓ 'ਤੇ ਦੋਨੋਂ ਹੱਥ, ਕਹਿੰਦੀ ਮੈਂ बार-बार आपको दोनों हाथ जोड़ के आपका थैंक यू कर रही हूँ, वेरी वेरी ग्रेटिट्यूड एंड थैंक यू कि मेरी आवाज़ वापस आ गई। Reverence for those, yes, that is also in sulfur.
या ਤੇ ਬਸ ਉਹਦੇ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਦਿੱਤਾ, ਸੈਕਿੰਡ ਟਾਈਮ ਵੀ 0 ਭੇਜਤੀ ਤੇ ਸ਼ੀ ਇਜ਼ ਪਰਫੈਕਟਲੀ ਓਕੇ। ਸੋ ਮੈਂ ਸਾਰਿਆਂ ਨੂੰ ਅੱਜ ਦੇ ਸਪੈਸ਼ਲ ਦਿਨ ਤੇ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਸਾਰੇ ਜਣੇ ਸਿੰਗਲ ਮੈਡੀਸਿਨ ਪ੍ਰੈਕਟਿਸ ਕਰੋ, ਮਾइंड ਤੇ ਕਰੋ, ਫਿਜ਼ੀਕਲ ਕਰੋ, ਜੋ ਮਰਜ਼ੀ ਕਰੋ, ਕੋਈ ਗੱਲ ਨਹੀਂ ਹੈ। ਅਸੀਂ ਜ਼ਿਆਦਾ ਮੈਡੀਸਿਨ ਦੇ ਕੇ ਕਦੀ ਕਿਉਰ ਨਹੀਂ ਕਰ ਸਕਦੇ, ਇਹ ਗੱਲ ਨੋਟ ਕਰ ਲਓ। ਕੱਲ੍ਹ ਪਰਸੋਂ ਵੀ ਕੋਈ ਇੱਦਾਂ ਦਾ ਕੇਸ ਹੈ, ਉਹਨਾਂ ਨੇ ਕਿਹਾ ਕਿ ਆ 5 ਦਵਾਈਆਂ ਖਾਂਦੇ ਸੀ। ਮੈਂ ਕਿਹਾ ਜੀ ਮੈਂ ਤਾਂ ਇੱਕੋ ਹੀ ਦਵਾਈ ਦਊਂਗੀ, ਭਾਵੇਂ ਤੁਹਾਡੀਆਂ 10 ਪ੍ਰੋਬਲਮਸ ਹੋਣ, ਭਾਵੇਂ ਤੁਹਾਡੀਆਂ 20 ਹੋਣ। ਅਤੇ ਕਹਿੰਦੇ ਇੱਕ ਨਾਲ ਕਿੱਦਾਂ ਠੀਕ ਹੋਊ? ਮੈਂ ਕਿਹਾ ਜੀ ਇੱਕੋ ਨਾਲ ਹੀ ਠੀਕ ਹੋਊ। ਉਹ ਦੁਬਾਰਾ ਕੱਲ੍ਹ ਪਰਸੋਂ ਆਏ ਮੇਰੇ ਕੋਲ, ਕਹਿੰਦੇ ਜੀ ਬਿਲਕੁਲ ਸੱਚੀ ਗੱਲ ਕਹੀ ਸੀ, ਮੈਂ ਤਾਂ ਇੰਨੀਆਂ ਦਵਾਈਆਂ ਖਾਂਦੀ ਸੀ, ਉਹਦੇ ਨਾਲ ਤਾਂ ਫ਼ਰਕ ਪਿਆ ਨਹੀਂ, ਪਰ ਥੋੜ੍ਹੀ ਇੱਕ ਨਾਲ ਫ਼ਰਕ ਪੈ ਗਿਆ। ਸੋ ਜੇ ਤੁਹਾਨੂੰ ਕਿਉਰ ਚਾਹੀਦੀ ਹੈ ਨਾ ਤਾਂ ਸਿੰਗਲ ਮੈਡੀਸਨ 'ਤੇ ਆਓ, ਬਸ ਉਹ ਤੋਂ ਸਿਵਾਏ ਕਿਉਰ ਨਹੀਂ ਹੋ ਸਕਦੀ। ਮੈਂ ਬਹੁਤ ਸਾਰੇ ਵੀਟ ਐਲਰਜੀ ਦੇ ਕੇਸਿਸ ਠੀਕ ਕੀਤੇ ਆ, ਸੈਂਕੜੇ ਹੀ, ਸਭ ਦਾ ਰਿਕਾਰਡ ਪਿਆ। ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇੱਦਾਂ ਦਾ ਕੇਸ ਹੋਊਗਾ ਜਿਹੜਾ ਆਇਆ ਹੋਵੇ ਅਤੇ ਠੀਕ ਨਾ ਹੋਇਆ ਹੋਵੇ। ਅਤੇ ਸਭ ਨੂੰ ਸਿੰਗਲ ਮੈਡੀਸਨ ਮੈਂ ਹਰ ਪਹਿਲਾਂ 30 ਦੀ ਇੱਕ ਡੋਜ਼, ਫਿਰ 200 ਦੀ ਇੱਕ ਡੋਜ਼ ਮਹੀਨੇ ਬਾਅਦ, ਫਿਰ 1 ml ਸਟਾਰਟ ਕਰ ਦਿੰਦੀ ਹਾਂ। 1 ml ਅਤੇ ਐਵਰੀ 3 ਮੰਥਸ ਬਾਅਦ ਮੈਂ ਟੈਸਟ ਕਰਵਾਉਂਦੀ ਹਾਂ। ਮੰਨ ਲਓ ਟੈਸਟ ਪਹਿਲੀ ਵਾਰ ਉਹਦੀ 200 ਵੀਟ ਐਲਰਜੀ ਸੀ, ਉਸ ਵੇਲੇ ਉਹਦਾ 100% ਵੀਟ ਬੰਦ ਕਰਤਾ। ਅਗਲੀ ਰਿਪੋਰਟ ਫਿਰ ਵੀ 150 200 ਆਉਂਦੀ ਹੈ, ਤਾਂ ਮੈਂ ਸਮਝਦੀ ਕਿ ਮਾਈ ਮੈਡੀਸਨ ਇਜ਼ ਨਾਟ ਕਰੈਕਟ। ਫਿਰ ਮੈਂ ਉਹਦਾ ਪੈਟਰਨ ਚੇਂਜ ਕਰਦੀ, ਕੁਛ ਹੋਰ ਸਿੰਪਟਮਸ ਚੇਂਜ ਕਰਦੀ ਹਾਂ। ਅਦਰਵਾਈਜ਼ ਜੇ ਉਹਦੀ ਮੈਂ ਉੱਥੇ ਹੀ ਲੱਗੇ ਕਿ ਇਹਦੀ ਪਹਿਲਾਂ 200 ਸੀਗੀ, ਹੁਣ ਉਹਦੀ 10 ਆ ਗਈ, ਤਾਂ ਫਿਰ ਮੈਂ ਨੈਕਸਟ 1 ml ਐਵਰੀ ਮੰਥ 1 ml ਮੈਂ ਪੋਟੈਂਸੀ ਦੇ ਕੇ, ਬਾਕੀ ਪਲੈਸੀਬੋ ਚੱਲਦੀ ਹੈ। ਟੈਸਟਾਂ ਦੇ ਬੇਸ 'ਤੇ ਸਾਰਾ ਕੁਛ ਹੁੰਦਾ ਹੈ ਔਰ 100% ਕਿਉਰ ਹੁੰਦੀ ਹੈ। ਅੱਜ ਤੱਕ ਪਿਛਲੇ ਇੰਨੇ ਬਸ ਜੀ 2 ਮਿੰਟ ਅੱਜ ਤੱਕ ਪਿਛਲੇ ਇੰਨੇ ਸਾਲਾਂ ਤੋਂ ਮੇਰੇ ਕੋਲ ਪੇਸ਼ੈਂਟਸ ਵਾਪਸ ਆਉਂਦੇ ਹੈ ਕਿ ਡਾਕਟਰ ਸਾਹਿਬ 10 ਸਾਲ ਪਹਿਲਾਂ ਦਵਾਈ ਲਈ ਸੀਗੀ ਅਤੇ ਅੱਜ ਤੱਕ ਮੈਂ ਬਾਰ-ਬਾਰ ਟੈਸਟ ਕਰਾਉਣਾ, ਅੱਜ ਤੱਕ ਠੀਕ ਆ। ਸੋ ਜੇ ਕਿਉਰ ਚਾਹੀਦੀ ਹੈ ਤਾਂ ਤੁਹਾਨੂੰ ਸਿੰਗਲ ਮੈਡੀਸਨ 'ਤੇ ਆਉਣਾ ਹੀ ਪਏਗਾ। ਨੋ 2 ਮੈਡੀਸਨਸ, ਨੋ 3, ਨੋ 4 ਮੈਡੀਸਨਸ। ਉਹਦੇ ਨਾਲ ਕਿਉਰ ਨਹੀਂ ਕਰ ਸਕਦੇ, ਪੇਸ਼ੈਂਟ ਠੀਕ ਕਰ ਸਕਦੇ ਹੋ ਪਰ ਕਿਉਰ ਨਹੀਂ। ਸੋ ਥੈਂਕ ਯੂ ਐਵਰੀਵਨ ਫॉर ਵੰਡਰਫੁਲ patient